ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ NDS ਪੰਜਾਬੀ ਜੋ ਚੈਨਲ ਹੈ ਉਸ ਨੂੰ ਦੇਖਣ ਸੁਣਨ ਵਾਲੇ ਸਾਡੇ ਸਰੋਤੇ ਜੋ ਕਿ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਦੇ ਨਾਂ ਹੇਠ ਇਹ ਚੈਨਲ ਚੱਲ ਰਿਹਾ ਹੈ। ਸਾਡਾ ਮਕਸਦ ਹੈ ਕਿ ਬਿਨਾਂ ਦਵਾਈ ਦੇ ਸੰਸਾਰ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਜਿਸ ਤਰ੍ਹਾਂ ਅਸੀਂ ਪਿਛਲੇ ਵੀਡੀਓ ਦੇ ਵਿੱਚ ਆਪਣੇ ਥੋੜ੍ਹੇ ਤਜਰਬੇ ਸਾਂਝੇ ਕੀਤੇ ਸੀ ਕਿ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਿਮਾਰੀਆਂ ਆਈਆਂ ਅਤੇ ਕਿਸ ਤਰ੍ਹਾਂ ਸਤਿਗੁਰੂ ਨੇ ਸਾਨੂੰ ਰਸਤਾ ਦਿਖਾਇਆ ਅਤੇ ਇਹ ਸਾਨੂੰ NDS ਨਿਊ ਡਾਈਟ ਸਿਸਟਮ ਜੋ ਨਵੀਂ ਭੋਜਨ ਪ੍ਰਣਾਲੀ ਬਾਰੇ ਪਤਾ ਚੱਲਿਆ ਅਤੇ ਅਸੀਂ ਸਤਿਗੁਰੂ ਰਹਿਮਤ ਬਖਸ਼ਿਸ਼ ਦਾ ਸਦਕਾ ਆਪਣੇ ਆਪ ਨੂੰ ਠੀਕ ਕੀਤਾ। ਉਸੇ ਦੇ ਵਿੱਚੋਂ ਕੁਝ ਅੰਸ਼ ਬਾਕੀ ਨੇ ਜੋ ਮੈਂ ਹੁਣ ਸਮੂਹ ਸੰਗਤ ਦੇ ਨਾਲ, ਸਮੂਹ ਸਰੋਤਿਆਂ ਦੇ ਨਾਲ ਮੈਂ ਸਾਂਝੇ ਕਰਨ ਜਾ ਰਿਹਾ ਹਾਂ। ਇਸ ਵਿੱਚ ਇੱਕ ਇਹ ਮੈਂ ਜੋ ਬਿਆਨ ਕੀਤਾ ਸੀ ਕਿ ਡਿਪਰੈਸ਼ਨ ਮੈਨੂੰ ਹੋ ਗਿਆ ਸੀ ਕਿਉਂਕਿ ਬਿਮਾਰੀਆਂ ਇੰਨੀਆਂ ਸੀ, ਸਿਆਟਿਕਾ ਪੇਨ ਵੀ ਆ ਗਈ, ਸਰਵਾਈਕਲ ਸੀ, ਜੋੜਾਂ ਦੇ ਦਰਦ ਸੀ ਅਤੇ ਹੋਰ ਸਾਰੇ ਕੋਈ ਇਸ ਤਰ੍ਹਾਂ ਦੀਆਂ ਬਿਮਾਰੀਆਂ, ਅਤੇ ਬਲੱਡ ਪ੍ਰੈਸ਼ਰ ਸੀ, ਹਾਈ ਹੁੰਦਾ ਸੀ ਅਤੇ ਕਿੰਨੀਆਂ ਗੋਲੀਆਂ ਮੈਂ ਖਾਂਦਾ ਸੀ ਅਤੇ ਉਹਦੇ ਵਿੱਚ ਪੇਨ ਕਿਲਰ ਸੀ ਜਾਂ ਵਾਈਟਾਮਿਨ, ਮਲਟੀਵਿਟਾਮਿਨ, ਜਿਹਦੇ ਵਿੱਚ ਕੋਈ ਅਮਰੀਕਾ ਦੇ ਸੀ, ਕੋਈ ਕਿਤੇ ਦੇ ਸੀ, ਕੋਈ ਇੰਡੀਆ ਦੇ ਸੀ, ਕੋਈ ਆਪਣੇ ਆਯੁਰਵੇਦ ਦੇ ਸੀ। ਤਾਂ ਉਹ ਸਾਰੀਆਂ ਇੰਨੀਆਂ ਦਵਾਈਆਂ ਖਾਣ ਦੇ ਬਾਵਜੂਦ ਵੀ ਸਰੀਰ ਦੇ ਵਿੱਚ ਜੋ ਹੈ ਉਹ ਦਰਦ ਰਹਿੰਦਾ ਸੀ, ਮਨ ਹੋਰ ਤਰ੍ਹਾਂ ਉਦਾਸ ਰਹਿੰਦਾ ਸੀ, ਪੀੜਾ ਰਹਿੰਦੀ ਸੀ ਅਤੇ ਮਨ ਨਹੀਂ ਸੀ ਟਿਕਦਾ ਅਤੇ ਇਸ ਕਰਕੇ ਡਿਪਰੈਸ਼ਨ ਹੋ ਗਿਆ। ਡਿਪਰੈਸ਼ਨ ਦਾ ਇੰਨਾ ਹਾਲ ਨਿਘਾਰ ਆਇਆ ਜੀਵਨ ਦੇ ਵਿੱਚ ਕਿ ਜੋ ਮੇਰੇ ਧਰਮ ਪਤਨੀ ਨੇ ਉਹ ਵੀ ਮੇਰਾ ਧਿਆਨ ਰੱਖਦੇ ਤਾਂ ਉਹ ਵੀ ਫਿਕਰਮੰਦ ਹੋ ਗਏ ਅਤੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਹ ਜੋ ਹੈ ਡਿਪਰੈਸ਼ਨ ਦਾ ਹਮਲਾ ਹੋਇਆ। ਫਿਰ ਸਾਡਾ ਇਲਾਜ ਇਹ ਡਿਪਰੈਸ਼ਨ ਦਾ ਚੱਲ ਗਿਆ। ਫਿਰ ਡਾਕਟਰ ਰਾਮ ਵਤਵਾਨੀ ਕਰਕੇ ਇੱਥੇ ਹੈ, ਸਾਨੂੰ ਕਿਸੇ ਨੇ ਉਹਨਾਂ ਬਾਰੇ ਦੱਸ ਪਾਈ। ਜਾ ਕੇ ਗੱਲਬਾਤ ਕੀਤੀ ਤਾਂ ਸਾਡੀਆਂ ਦੋਨਾਂ ਦੀਆਂ ਫਾਈਲਾਂ ਉੱਥੇ ਬਣਾਉਣੀਆਂ ਪਈਆਂ। ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਚਾਹੇ ਗਹਿਣੇ ਵੇਚੋ ਜਾਂ ਤੁਸੀਂ ਲੋਨ ਲਓ, ਪਰ ਮੈਂ ਇਲਾਜ ਤੁਹਾਡਾ ਕਰਾਂਗਾ। ਸੋ ਦੇਖੋ ਤੁਸੀਂ ਵੀ ਕਿੱਦਾਂ ਦੀ ਉਸ ਸਮੇਂ ਸਾਡੇ ਹਾਲਾਤ ਹੋਵੇਗੀ। ਤਾਂ ਬੱਚਿਆਂ ਦਾ, ਘਰ ਦਾ ਹਾਲ ਜੇ ਮੈਂ ਦੱਸਾਂ ਤਾਂ ਮੈਂ ਤਾਂ ਰੋਂਦਾ ਰਹਿੰਦਾ ਸੀ ਅਤੇ ਮੈਨੂੰ ਕੋਈ ਸੁੱਧ ਬੁੱਧ ਨਹੀਂ ਸੀ ਕਿਉਂਕਿ ਉਹ ਡਾਕਟਰ ਦਵਾਈਆਂ ਨੀਂਦ ਵਾਲੀਆਂ ਕੋਈ ਦਿੰਦੇ ਸੀ, ਸੌਣ ਵਾਲੀਆਂ। ਮੈਂ ਕਹਿਣਾ ਕਿ ਕੱਲ੍ਹ ਇੱਦਾਂ ਹੋਇਆ, ਪਰਸੋਂ ਇੱਦਾਂ ਹੋਇਆ, ਮਿਸੇਜ ਨੇ ਕਹਿਣਾ ਕਿ ਨਹੀਂ ਅੱਜ ਦੀ ਗੱਲ ਆ, ਅੱਜ ਇੱਦਾਂ ਹੋਇਆ ਸੀ, ਕਿਉਂਕਿ ਮੈਂ ਰੋਟੀ ਖਾਣੀ, ਸੌਂ ਜਾਣਾ, ਦਵਾਈ ਲੈਣੀ, ਸੌਂ ਜਾਣਾ ਥੋੜ੍ਹਾ ਉੱਠ ਕੇ। ਫਿਰ ਉਹਨਾਂ ਨੂੰ ਵੀ ਜਦੋਂ ਹੋਇਆ ਤਾਂ ਫਿਕਰਮੰਦ ਹੋਏ। ਫਿਰ ਬੱਚਿਆਂ ਦਾ ਵੀ ਇਹੀ ਹਾਲ ਹੋ ਗਿਆ। ਬੱਚੇ ਵਿਚਾਰੇ, ਦੋਨੋਂ ਬੱਚੇ ਲਾਵਾਰਸਾਂ ਦੀ ਤਰ੍ਹਾਂ ਫਿਰਦੇ ਰਹਿਣ। ਫਿਰ ਕਦੇ ਸਾਡਾ ਮਨ ਹੋਣਾ ਉੱਠ ਕੇ ਅਸੀਂ ਦੋਨਾਂ ਨੇ ਹਿੰਮਤ ਕਰਕੇ ਕੁਛ ਦਾਲ ਸਬਜ਼ੀ ਰੋਟੀ ਬਣਾ ਲੈਣੀ ਅਤੇ ਫਿਰ ਪੈ ਜਾਣਾ। ਫਿਰ ਕਦੇ ਨਾ ਵੀ ਬਣਾ ਹੋਣੀ, ਫਿਰ ਬੱਚਿਆਂ ਨੇ ਬਾਹਰੋਂ ਫੜ ਕੇ ਲੈ ਕੇ ਆਉਣੀ ਰੋਟੀ ਬਣੀ ਹੋਈ। ਤਾਂ ਇਸ ਤਰ੍ਹਾਂ ਦਾ ਜੀਵਨ ਕਾਫੀ, ਚਲੋ ਸਤਿਗੁਰੂ ਦੀ ਜੋ ਖੇਡ ਹੈ ਵੈਸੇ ਤਾਂ ਸਾਡੇ ਕਰਮਾਂ ਦਾ ਹੈ। ਫਿਰ ਬੰਦਾ ਉਸ ਸਮੇਂ ਬਹੁਤ ਇੱਧਰ ਉੱਧਰ ਹੱਥ ਮਾਰਦਾ ਹੈ ਕਿ ਕੀ ਹੋਇਆ, ਕਿਉਂ ਹੋ ਗਿਆ, ਸਾਡੇ ਨਾਲ ਕਿੱਦਾਂ ਹੋ ਗਿਆ। ਹੈ ਸਾਡੇ ਕਰਮਾਂ ਦਾ, ਜਿਸ ਤਰ੍ਹਾਂ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਬਹੁਤ ਜਗ੍ਹਾ 'ਤੇ ਗੁਰਬਾਣੀ ਸਾਨੂੰ ਬਾਰ-ਬਾਰ ਉਪਦੇਸ਼ ਕਰਦੀ ਹੈ। ਸਾਨੂੰ ਜੋ ਸਾਡੇ ਪ੍ਰਚਾਰਕ ਨੇ, ਜੋ ਸਾਡੇ ਸੂਝਵਾਨ ਗੁਰਸਿੱਖ ਪਿਆਰੇ ਨੇ, ਦੱਸਦੇ ਨੇ ਕਿ ਇੱਕ ਜਗ੍ਹਾ ਬਾਣੀ ਕਹਿੰਦੀ ਹੈ ਕਿ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਅਤੇ ਇਸੇ ਤਰ੍ਹਾਂ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਉਹ ਪਰ ਅਸੀਂ ਕੀ ਆ, ਦੂਸਰਿਆਂ 'ਤੇ ਅਸੀਂ ਸਿੱਟਦੇ ਰਹਿੰਦੇ ਹਾਂ, ਹਾਏ ਸਾਨੂੰ ਕਿਸੇ ਨੇ ਕਰਤਾ, ਕੁਛ ਕਰਾਤਾ,
ਸਾਡੇ ਤੇ ਸਾਡੇ ਨੂੰ ਨਜ਼ਰ ਲੱਗ ਗਈ, ਸਾਨੂੰ ਇਹ ਹੋ ਗਿਆ, ਪਰ ਉਹ ਹੈ ਸਾਡੇ ਕਰਮਾਂ ਦਾ, ਜੋ ਬੀਜਿਆ ਹੈ ਉਹ ਸਾਨੂੰ ਵੱਢਣਾ ਪੈਣਾ ਹੈ। ਸੋ ਜਦੋਂ ਕਿਰਪਾ ਰਹਿਮਤ ਸਤਿਗੁਰੂ ਦੀ ਹੁੰਦੀ ਆ, ਜਦੋਂ ਸਾਡੀ ਕੋਈ ਉਹ ਸੇਵਾ ਭਾਵਨਾ ਸਾਡੀ ਜਾਂ ਕੋਈ ਨਿਤਨੇਮ ਜਾਂ ਸਾਡਾ ਹੋਰ ਜੋ ਸਾਡਾ ਜੀਵਨ ਨੂੰ ਦੇਖ ਕੇ ਅਕਾਲ ਪੁਰਖ ਤਰੁੱਠਦੇ ਆ ਸਾਡੇ ਤੇ, ਫਿਰ ਉਹ ਸਾਨੂੰ ਰਸਤਾ ਦਿਖਾ ਦਿੰਦੇ ਨੇ ਕਿਸੇ ਤਰ੍ਹਾਂ, ਤੇ ਉਹ ਜੋ ਇਹ ਬਿਮਾਰੀਆਂ ਦਾ ਜੋ ਸਮਾਧਾਨ ਕਰ ਦਿੰਦੇ ਆ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਇੱਕ ਬਿਮਾਰੀਆਂ ਦਾ ਦਿਨ ਬ ਦਿਨ ਜੋ ਹੈ ਉਹ ਬੜੋਤਰੀ ਹੋ ਰਹੀ ਹੈ। ਹਸਪਤਾਲਾਂ ਦੇ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ, ਤੇ ਪਰ ਬਿਮਾਰੀਆਂ ਵੀ ਉਸੇ ਤਰ੍ਹਾਂ ਹੀ ਉਸੇ ਰਫ਼ਤਾਰ ਨਾਲ, ਉਸ ਤੋਂ ਵੀ ਜ਼ਿਆਦਾ ਰਫ਼ਤਾਰ ਨਾਲ ਵੱਧਦੀਆਂ ਜਾ ਰਹੀਆਂ ਨੇ। ਜਿਸ ਤਰ੍ਹਾਂ ਕਿ ਦਵਾਈਆਂ ਦਾ ਵੀ ਜੋ ਹੈ ਵਿਗਿਆਨਕ ਜੋ ਕਾਢ ਕੱਢੀ ਜਾ ਰਹੇ ਨੇ, ਨਵੀਆਂ ਨਵੀਆਂ ਦਵਾਈਆਂ ਬਣਾਈ ਜਾ ਰਹੇ ਨੇ, ਉਸੇ ਤਰ੍ਹਾਂ ਨਵੀਆਂ ਨਵੀਆਂ ਬਿਮਾਰੀਆਂ ਆਈ ਜਾ ਰਹੀਆਂ ਨੇ। ਪਰ ਉਸ ਦਾ ਜੋ ਮੇਨ ਕਾਰਨ ਹੈ ਉਹੀ ਉੱਥੇ ਹੀ ਗੱਲ ਆ ਕੇ ਮੁੱਕਦੀ ਹੈ ਕਿ ਸਾਡਾ ਜੋ ਖਾਣ ਪਾਣ ਹੈ, ਖਾਣ ਪੀਣ, ਉਹੀ ਸਾਡਾ ਗਲਤ ਹੈ। ਇਸੇ ਤਰ੍ਹਾਂ ਸਾਡਾ ਜੋ ਸਤਿਗੁਰੂ ਨੇ, ਜੋ ਅਕਾਲ ਪੁਰਖ ਸਾਜਣਹਾਰ ਪ੍ਰਭੂ ਨੇ ਜੋ ਸ੍ਰਿਸ਼ਟੀ ਸਾਜੀ ਹੈ, ਉਹ ਸਾਡਾ ਜੋ ਖਾਣ ਪੀਣ ਹੈ ਇਨਸਾਨਾਂ ਲਈ ਜਾਂ ਪਸ਼ੂਆਂ ਲਈ ਜਾਂ ਜੰਗਲੀ ਜਾਨਵਰਾਂ ਲਈ, ਤੇ ਇਹਨਾਂ ਲਈ ਅਲੱਗ-ਅਲੱਗ ਜੋ ਹੈ ਬਣਾਇਆ ਹੈ। ਕਿਸੇ ਲਈ ਮਾਸ ਹੈ, ਕਿਸੇ ਲਈ ਫਲ ਸਬਜ਼ੀਆਂ ਨੇ, ਕਿਸੇ ਲਈ ਪੱਤੇ ਨੇ, ਤੇ ਇਸ ਤਰ੍ਹਾਂ ਕਰਕੇ ਉਸੇ ਤਰ੍ਹਾਂ ਸਾਨੂੰ ਜੋ ਕਹਿੰਦੇ ਆ ਕਿ ਦੰਦ ਦਿੱਤੇ ਨੇ ਕਿ ਕਿਹੜਾ ਭੋਜਨ ਅਸੀਂ ਖਾਣਾ ਹੈ। ਪਰ ਇਨਸਾਨ, ਸਾਡੀ ਹਾਲਤ ਇਹ ਹੋ ਗਈ ਹੈ ਕਿ ਅਸੀਂ ਆਪਣਾ ਵੀ ਭੋਜਨ ਖਾਂਦੇ ਹਾਂ, ਅਸੀਂ ਦੂਸਰਿਆਂ ਦਾ ਵੀ ਭੋਜਨ ਖਾਈ ਜਾ ਰਹੇ ਹਾਂ, ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਖਾਣਾ। ਅਸੀਂ ਸਭ ਕੁਝ ਜੋ ਮਿਲਦਾ ਉਹੀ ਖਾਂਦੇ ਜਾ ਰਹੇ ਹਾਂ। ਗੁਰਬਾਣੀ ਇਸ ਦੇ ਪਰਥਾਏ ਵੀ ਦੱਸਦੀ ਹੈ ਕਿ ਕੀ ਖਾਣਾ ਜਾਂ ਕੀ ਨਹੀਂ ਖਾਣਾ, ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਪਰ ਅਸੀਂ ਸਿਰਫ ਜੀਵ ਦੇ ਸਵਾਦ ਲਈ ਤੇ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਅਸੀਂ ਹਰ ਪ੍ਰਕਾਰ ਦਾ ਭੋਜਨ ਬਸ ਪੇਟ ਵਿੱਚ ਸਿੱਟੀ ਜਾ ਰਹੇ ਹਾਂ। ਗੁਰਬਾਣੀ ਦੱਸਦੀ ਹੈ ਕਿ ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਸੋ ਉਹ ਖਾਣਾ ਤਾਂ ਤ੍ਰਿਗ ਹੈ ਜਿਸ ਦੇ ਨਾਲ ਜੋ ਸਾਡੇ ਜੀਵਨ ਦੇ ਵਿੱਚ ਪੀੜਾ ਆਉਂਦੀ ਹੈ, ਸਰੀਰ ਦੇ ਵਿੱਚ ਪੀੜਾ ਆਉਂਦੀ ਹੈ, ਪਰ ਅਸੀਂ ਜੋ ਵੀ ਮਿਲਦਾ ਹੈ ਖਾਂਦੇ ਜਾ ਰਹੇ ਹਾਂ। ਇੱਥੋਂ ਤੱਕ ਕਿ ਜਾਨਵਰ ਜੋ ਨੇ ਆਪਣਾ ਇਲਾਜ ਖੁਦ ਕਰਦੇ ਨੇ, ਕਿਉਂਕਿ ਸਰੀਰ ਸਾਡਾ ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਸ ਨੂੰ ਇਸ ਤਰ੍ਹਾਂ ਬਣਾਇਆ ਕਿ ਆਪਣਾ ਇਲਾਜ ਖੁਦ ਕਰ ਸਕਦਾ ਹੈ। ਆਪਾਂ ਦੇਖਦੇ ਹਾਂ ਕਿ ਘਰਾਂ ਵਿੱਚ ਕਈ ਵਾਰੀ ਪਸ਼ੂ ਬਿਮਾਰ ਹੁੰਦੇ ਨੇ, ਜੋ ਆਪਣੇ ਪਾਲਤੂ ਨੇ, ਘਰਾਂ ਵਿੱਚ ਰੱਖੇ ਹੋਏ ਨੇ, ਬੰਨ੍ਹ ਕੇ ਰੱਖੇ ਨੇ ਅਸੀਂ, ਪਰ ਉਹ ਕਈ ਵਾਰੀ ਬਿਮਾਰ ਹੁੰਦੇ ਆ, ਖਾਣਾ ਛੱਡ ਦਿੰਦੇ ਆ, ਤੇ ਕਿ ਉਸ ਦਾ ਕਾਰਨ ਇਹੀ ਹੁੰਦਾ ਕਿ ਉਹ ਆਪਣਾ ਇਲਾਜ ਖੁਦ ਕਰ ਰਹੇ ਆ। ਉਹਨਾਂ ਨੂੰ ਪਤਾ ਹੈ ਕਿ ਮੇਰਾ ਇਲਾਜ ਇਸ ਤਰ੍ਹਾਂ ਹੋਣਾ ਹੈ। ਇਸੇ ਤਰ੍ਹਾਂ ਬਾਹਰ ਆਪਾਂ ਦੇਖਦੇ ਹਾਂ ਕੁੱਤੇ ਬਿੱਲੀਆਂ ਕਈ ਵਾਰੀ ਬਿਮਾਰ ਹੁੰਦੇ ਆ, ਉਹ ਕਿਸ ਤਰ੍ਹਾਂ ਠੀਕ ਹੁੰਦੇ ਆ, ਉਹ ਫਿਰ ਘਾਹ ਖਾਂਦੇ ਆ। ਇਹ ਗੱਲਾਂ ਆਪਾਂ ਨੋਟ ਕੀਤੀਆਂ ਨੇ ਕਿ ਕੁੱਤਾ ਘਾਹ ਖਾਂਦਾ, ਬਿੱਲੀ ਘਾਹ ਖਾਂਦੀ ਆ। ਉਹ ਉਹਨਾਂ ਨੂੰ ਪਤਾ ਕਿ ਅਸੀਂ ਕਿਸ ਚੀਜ਼ ਦੇ ਨਾਲ ਠੀਕ ਹੋਣਾ, ਉਹ ਫਿਰ ਇਸ ਤਰ੍ਹਾਂ ਆਪਣੇ ਆਪ ਨੂੰ ਠੀਕ ਕਰਦੇ ਨੇ। ਤੇ ਇਸੇ ਤਰ੍ਹਾਂ ਜੋ ਮਨੁੱਖਾ ਸਰੀਰ ਹੈ ਇਹ ਵੀ ਆਪਣੇ ਆਪ ਨੂੰ ਠੀਕ ਕਰਨ ਲੱਗਦਾ, ਸੰਕੇਤ ਦਿੰਦਾ ਹੈ, ਪਰ ਅਸੀਂ ਉਸ ਟਾਈਮ 'ਤੇ ਗਲਤ ਜੋ ਕਦਮ ਲੈ ਲੈਂਦੇ ਹਾਂ। ਜੋ ਸਾਨੂੰ ਬੁਖਾਰ ਚੜ੍ਹਦਾ ਹੈ ਇਹ ਸਾਡਾ ਦੁਸ਼ਮਣ ਨਹੀਂ ਹੈ। ਜੋ ਸਾਨੂੰ ਜ਼ੁਕਾਮ ਹੁੰਦਾ ਹੈ ਜਾਂ ਸਾਨੂੰ ਇਹ ਜੋ ਬਲਗਮ ਨਿਕਲਣ ਲੱਗ ਗਈ ਜਾਂ ਲੂਜ਼ ਮੋਸ਼ਨ, ਜਿਹਨੂੰ ਟੱਟੀਆਂ ਕਹਿੰਦੇ ਹਾਂ ਅਸੀਂ ਪੰਜਾਬੀ ਦੇ ਵਿੱਚ, ਸਾਨੂੰ ਟੱਟੀਆਂ ਲੱਗੀਆਂ, ਇਸ ਦਾ ਕਾਰਨ ਕੀ ਹੈ ਕਿ ਸਾਡੇ ਜੋ ਸਰੀਰ ਦੇ ਵਿੱਚ ਜੋ ਮਲ, ਜੋ ਅਸ਼ੁੱਧੀਆਂ ਜ਼ਿਆਦਾ ਹੋ ਗਈਆਂ, ਤਾਂ ਫਿਰ ਸਰੀਰ ਕੀ ਹੈ, ਸਰੀਰ ਹੰਭਲਾ ਮਾਰਦਾ ਹੈ ਕਿ ਮੈਂ ਆਪਣੇ ਆਪ ਨੂੰ ਠੀਕ ਕਰਾਂ। ਉਹ ਫਿਰ ਇਹ ਜਦੋਂ ਪ੍ਰਕਿਰਿਆ ਆਰੰਭ ਕਰਦਾ ਹੈ, ਪਰ ਅਸੀਂ ਉਸ ਸਰੀਰ ਨੂੰ, ਅਸੀਂ ਉਸ ਪ੍ਰਕਿਰਿਆ ਨੂੰ ਸਾਥ ਨਹੀਂ ਦਿੰਦੇ। ਅਸੀਂ ਫਿਰ ਡਾਕਟਰਾਂ ਕੋਲੇ ਭੱਜਦੇ ਹਾਂ ਕਿ ਮੈਨੂੰ ਤਾਂ ਬੁਖਾਰ ਆ ਗਿਆ, ਇਹਨੂੰ ਬੰਦ ਕਰ ਦਿਓ,
ਇਹ ਮੈਨੂੰ ਤਾਂ ਜੀ ਜ਼ੁਕਾਮ ਹੋ ਗਿਆ, ਇਹ ਬੰਦ ਕਰ ਦਿਓ, ਮੈਨੂੰ ਜਿਹੜੀ ਟੱਟੀਆਂ ਲੱਗ ਗਈਆਂ ਇਹਨੂੰ ਬੰਦ ਕਰ ਦਿਓ। ਉਹ ਡਾਕਟਰ ਕੀ ਕਰਦੇ ਆ ਕਿ ਸਾਨੂੰ ਉਹ ਦਵਾਈਆਂ ਦਿੰਦੇ ਆ, ਜਦ ਕਿ ਸਰੀਰ ਇਹ ਜ਼ੋਰ ਮਾਰਦਾ ਹੈ ਕਿ ਮੈਂ ਇਹ ਜੋ ਚੀਜ਼ਾਂ ਅੰਦਰ ਗੰਦਗੀ ਪਈ ਹੈ ਮੈਂ ਇਸ ਨੂੰ ਬਾਹਰ ਕੱਢ ਦਿਆਂ, ਤੇ ਪਰ ਅਸੀਂ ਉਹਨੂੰ ਦਵਾਈਆਂ ਲੈ ਕੇ ਫਿਰ ਬੰਦ ਕਰ ਦਿੰਦੇ ਹਾਂ, ਫਿਰ ਰੋਕ ਦਿੰਦੇ ਹਾਂ। ਫਿਰ ਉਹ ਕੀ ਆ, ਕੁਝ ਸਮੇਂ ਲਈ ਸਾਨੂੰ ਆਰਾਮ ਮਿਲਦਾ ਹੈ, ਜੋ ਚੀਜ਼ਾਂ ਜੋ ਗੰਦਗੀ ਸਾਡੀ ਨਿਕਲ ਗਈ ਹੈ। ਉਹ ਇਹ ਮਤਲਬ ਨਹੀਂ ਕਿ ਅਸੀਂ ਦਵਾਈ ਨਾਲ ਠੀਕ ਹੋ ਗਏ, ਪਰ ਉਹ ਸਮਾਂ ਪਾ ਕੇ ਉਹ ਫਿਰ ਅਸੀਂ ਫਿਰ ਬਿਮਾਰ ਹੁੰਦੇ ਹਾਂ। ਜਿਸ ਤਰ੍ਹਾਂ ਬੱਚਿਆਂ ਨਾਲ ਵੀ ਅਸੀਂ ਦੇਖਦੇ ਹਾਂ, ਬੱਚਿਆਂ ਦੇ ਉਹ ਦੁੱਧ ਪੀਣ ਨਾਲ ਜਾਂ ਹੋਰ ਮੜੱਪ ਪੈ ਗਏ, ਸੁੰਡ ਪੈ ਗਏ, ਕਿੰਨੀ ਗੰਦਗੀ ਬੱਚਿਆਂ ਦੇ ਪੇਟ ਵਿੱਚ ਹੋ ਜਾਂਦੀ ਹੈ, ਤੇ ਉਹ ਸਿਰਫ ਖਾਣ ਪੀਣ ਦੇ ਕਰਕੇ ਹੈ। ਇਸੇ ਤਰ੍ਹਾਂ ਇੱਕ ਉਦਾਹਰਨ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਡੀਪ ਕਲੀਨਿੰਗ ਦੀ, ਕਿ ਇਸ ਤਰ੍ਹਾਂ ਖਾਣਾ ਪੀਣਾ ਬੰਦ ਕਰਕੇ ਕੱਢਣ 'ਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ। ਅਨੀਮਾ ਕਰ ਕਰਕੇ ਜੋ ਅੰਦਰ ਗੰਦਗੀ ਹੈ, ਜੋ ਸਾਡੀ ਆਂਤ ਹੈ, ਵੱਡੀ ਆਂਤ ਹੈ, ਮਲ ਨਾਲ ਭਰੀ ਪਈ ਹੈ, ਜੋ ਸਾਲਾਂ ਦਾ ਸਦੀਆਂ ਦਾ ਜੋ ਸਾਡੇ ਸੜਿਆ ਪਿਆ ਹੈ, ਉਸ ਨੂੰ ਬਾਹਰ ਕੱਢਣਾ ਹੈ। ਤਾਂ ਇੱਕ ਉਦਾਹਰਨ ਇਹ ਹੈ ਕਿ ਮੰਨ ਲਓ ਸਾਡੇ ਘਰ ਦੇ ਅੱਗੇ ਗੰਦਗੀ ਪਈ ਹੈ ਤੇ ਉਸ ਦੀ ਸਮੈਲ ਵੀ ਆ ਰਹੀ ਹੈ, ਮੁਸ਼ਕ ਆ ਰਿਹਾ ਹੈ, ਸਮਾਂ ਪਾ ਕੇ ਉਸ ਦੇ ਵਿੱਚ ਸੁੰਡ ਚੱਲ ਗਏ, ਤੇ ਅਸੀਂ ਕੀ ਕਰੀਏ, ਅਸੀਂ ਜਾਂ ਉਹਦੇ ਉੱਪਰ ਥੋੜ੍ਹੀ ਜਿਹੀ ਮਿੱਟੀ ਪਾ ਦਈਏ ਕਿ ਗੰਦਗੀ ਛੁਪਾ ਦਈਏ, ਜਾਂ ਉਹਦੇ ਉੱਤੇ ਕੋਈ ਦਵਾਈ ਦਾ ਛਿੜਕਾਅ ਕਰ ਦਈਏ, ਕੋਈ DDT ਵਗੈਰਾ ਪਾ ਦਈਏ। ਇਸ ਤਰ੍ਹਾਂ ਕਰਕੇ ਤਾਂ ਉਹ ਕੀ ਹੈ, ਸਮੇਂ ਲਈ ਉਹ ਥੋੜ੍ਹਾ ਜੋ ਹੈ, ਅਗਰ ਮਿੱਟੀ ਪਾਤੀ ਥੋੜ੍ਹਾ ਉਹਦਾ ਮੁਸ਼ਕ ਹੈ ਜੋ ਬੰਦ ਹੋ ਜਾਵੇਗਾ, ਜਾਂ ਜੀ ਮਰ ਜਾਣਗੇ, ਪਰ ਗੰਦਗੀ ਉੱਥੇ ਹੀ ਪਈ ਹੈ। ਉਸ ਗੰਦਗੀ ਦਾ ਜੋ ਮੁਸ਼ਕ ਹੈ ਵਾਪਸ ਆਊਗਾ, ਉਸ ਗੰਦਗੀ ਦੇ ਵਿੱਚ ਸੁੰਡ ਜੋ ਹੈ ਉਹ ਫੇਰ ਪੈਣਗੇ। ਇਸ ਲਈ ਉਹ ਬਿਹਤਰ ਇਹੀ ਹੋਵੇਗਾ ਕਿ ਉਸ ਗੰਦਗੀ ਨੂੰ ਉੱਥੋਂ ਚੁੱਕ ਕੇ ਉਸ ਨੂੰ ਕਿਸੇ ਹੋਰ ਜਗ੍ਹਾ 'ਤੇ ਜਾ ਕੇ, ਜੋ ਉਹਦੀ ਢੁਕਵੀਂ ਜਗ੍ਹਾ ਹੈ, ਉੱਥੇ ਜਾ ਕੇ ਸਿੱਟਿਆ ਜਾਵੇ, ਤਾਂ ਕਿ ਜੋ ਹੈ ਇਹ ਵਾਪਸ ਜੋ ਮੁਸ਼ਕ ਹੈ ਉਹ ਨਾ ਆਵੇ, ਕੀੜੇ ਨਾ ਪੈਣ। ਉਹੀ ਹਾਲ ਸਾਡਾ ਹੈ, ਸਾਡੇ ਸਰੀਰ ਦਾ, ਕਿ ਅਸੀਂ ਦਵਾਈਆਂ ਲੈ ਕੇ ਉਸ ਗੰਦਗੀ ਨੂੰ ਫਿਰ ਅੰਦਰ ਹੀ ਉਹਨੂੰ ਸੰਭਾਲ ਕੇ ਰੱਖ ਲੈਂਦੇ ਹਾਂ। ਫਿਰ ਉਹ ਜਦੋਂ ਫਿਰ ਜ਼ੋਰ ਪੈਂਦਾ ਹੈ ਉਸ ਚੀਜ਼ ਦਾ, ਤਾਂ ਫਿਰ ਉਹ ਗੰਦਗੀ ਸਾਨੂੰ ਤੰਗ ਪਰੇਸ਼ਾਨ ਕਰਦੀ ਹੈ। ਫਿਰ ਉਹ ਇਹਨਾਂ ਬਿਮਾਰੀਆਂ ਦਾ ਰੂਪ ਧਾਰਨ ਕਰਦੀ ਹੈ, ਜੋ ਕੋਲੇਸਟ੍ਰੋਲ ਹੋ ਗਿਆ, ਜਾਂ ਸ਼ੂਗਰ ਦੀ ਬਿਮਾਰੀਆਂ ਹੋ ਗਈਆਂ, ਜਾਂ ਜੋ ਵੀ ਦਰਦ ਹੋ ਗਏ, ਜੋੜਾਂ ਦੇ ਦਰਦ ਹੋ ਗਏ। ਤਾਂ ਇਹ ਸਾਰਾ ਜੋ ਕਾਰਨ ਹੈ ਮੇਨ ਉਹੀ ਗੰਦਗੀ ਦਾ ਹੈ। ਸੋ ਸਾਨੂੰ ਉਸ ਨੂੰ ਕੱਢਣਾ ਹੀ ਪੈਣਾ ਹੈ, ਹੋਰ ਕੋਈ ਚਾਰਾ ਨਹੀਂ ਹੈ। ਇਹ ਸਾਨੂੰ ਜੀਵਾਂ ਤੋਂ ਵੀ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ, ਕਿਉਂਕਿ ਉਹ ਜੋ ਅਕਾਲ ਪੁਰਖ ਨੇ ਭੋਜਨ ਬਖਸ਼ਿਆ ਹੈ ਉਹੀ ਖਾਂਦੇ ਨੇ, ਤੇ ਉਹ ਕੱਚੇ ਦੇ ਰੂਪ ਵਿੱਚ ਹੀ ਖਾਂਦੇ ਨੇ। ਸਿਰਫ ਇੱਕ ਮਨੁੱਖ ਹੈ ਜੋ ਕਿ ਸਵਾਦਾਂ ਦੇ ਲਈ ਕਦੇ ਉਹਨੂੰ ਤਲ ਕੇ, ਕਦੇ ਅੱਗ 'ਤੇ ਭੁੰਨ ਕੇ, ਕਦੇ ਉਹਨੂੰ ਕਿਸ ਤਰ੍ਹਾਂ ਬੋਇਲ ਕਰਕੇ ਖਾਂਦਾ ਹੈ। ਅੱਗ 'ਤੇ ਚੜ੍ਹਿਆ ਜੋ ਹੈ ਭੋਜਨ ਹੈ ਉਹ ਸਾਨੂੰ ਬਿਮਾਰ ਹੀ ਕਰਦਾ ਹੈ। ਸੋ ਇਸ ਕਰਕੇ ਕੱਚਾ ਭੋਜਨ, ਕੱਚੇ ਫਲ, ਕੱਚੀਆਂ ਸਬਜ਼ੀਆਂ, ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੋ ਚਾਹ, ਦੁੱਧ ਦੇ ਜੋ ਪਦਾਰਥ ਬਣੇ ਨੇ ਉਹ ਸਾਰੇ ਸਾਨੂੰ ਬੰਦ ਕਰਨੇ ਚਾਹੀਦੇ ਨੇ, ਕਿਉਂਕਿ ਇਹ ਹੁਣ ਉਹ ਜੋ ਦੁੱਧ ਵੀ ਹੈ, ਕਣਕ ਹੈ, ਜੋ ਪਹਿਲਾਂ ਵਾਲਾ ਭੋਜਨ ਇਹ ਨਹੀਂ ਰਿਹਾ ਹੈ। ਸਾਨੂੰ ਹੁਣ ਇਹ ਸਾਡੇ ਸਰੀਰ ਲਈ ਹੁਣ ਇਹ ਜੋ ਹੈ ਢੁਕਵਾਂ ਨਹੀਂ ਹੈ। ਸਾਡੇ ਇੱਕ ਹੋਰ ਸਤਿਕਾਰਯੋਗ ਡਾਕਟਰ ਭਾਈ ਅਮਰ ਸਿੰਘ ਜੀ ਆਜ਼ਾਦ ਨੇ ਪੰਜਾਬ ਦੇ ਵਿੱਚ, ਉਹ ਪੰਜਾਬੀ ਦੇ ਵਿੱਚ ਹੁਣ ਕਾਫੀ ਇਹ ਜੋ ਹੈ ਪ੍ਰਚਾਰ ਕਰ ਰਹੇ ਨੇ। ਸੋ ਦਾਸ ਉਹਨਾਂ ਨੂੰ ਵੀ ਸਤਿਕਾਰ ਦਿੰਦਾ ਹੈ, ਬਹੁਤ ਸੋਹਣਾ ਪ੍ਰਚਾਰ ਕਰ ਰਹੇ ਨੇ। ਅਤੇ ਸਾਡੀ ਸਮੂਹ ਸੰਗਤ ਨੂੰ ਇਹੀ ਅਪੀਲ ਹੈ ਕਿ ਕਮ ਸੇ ਕਮ ਉਹ ਕਿਉਂਕਿ ਦੂਸਰੇ ਅਸੀਂ ਵੀਡੀਓ ਜੋ ਸੁਣਦੇ ਹਾਂ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਨੇ, ਪਰ ਕਮ ਸੇ ਕਮ ਅਸੀਂ ਪੰਜਾਬੀ ਵਾਲਿਆਂ ਦੀਆਂ ਗੱਲਾਂ ਤਾਂ ਮੰਨੀਏ, ਕਿ ਉਹ ਵੀ ਇਹੀ ਜ਼ੋਰ ਦੇ ਰਹੇ ਨੇ ਕਿ ਭਾਈ ਦੁੱਧ ਬੰਦ ਕਰ ਦਿਓ, ਚਾਹ ਬੰਦ ਕਰ ਦਿਓ, ਕੌਫੀ ਬੰਦ ਕਰ ਦਿਓ, ਤਾਂ ਇਹ ਜੋ ਆਟਾ ਦਾਲਾਂ ਬੰਦ ਕਰ ਦਿਓ, ਅਤੇ ਇਹ ਤੁਹਾਡੀਆਂ ਬਿਮਾਰੀਆਂ ਹਟ ਜਾਣਗੀਆਂ। ਸੋ ਕਮ ਸੇ ਕਮ ਕਿਸੇ ਦੀ ਆਪਾਂ ਸੁਣੀਏ, ਆਪਾਂ ਕਿੰਤੂ ਪਰੰਤੂ ਛੱਡ ਦਈਏ, ਕਿਉਂਕਿ ਸਾਡਾ ਜੋ ਸੁਭਾਅ ਬਣ ਚੁੱਕਿਆ ਹੈ ਸਿਰਫ ਕਿੰਤੂ ਪਰੰਤੂ ਕਰਨ ਦਾ। ਇਹ ਕਿਉਂ, ਇਹ ਕਿੱਦਾਂ, ਇਹ ਕਿਵੇਂ ਹੋ ਸਕਦਾ ਹੈ? ਕਿਸੇ 'ਤੇ ਭਰੋਸਾ ਕਰੀਏ ਅਤੇ ਉਸ ਰਾਹ 'ਤੇ ਚੱਲ ਕੇ ਦੇਖੀਏ ਕਿ ਤਾਂ ਕਿ ਸਾਨੂੰ ਫਾਇਦਾ ਹੋ ਜਾਵੇ। ਤਾਂ ਅਸੀਂ ਜੋ ਡਾਕਟਰਾਂ ਦਾ ਹੈ, ਜੋ ਹੌਸਪੀਟਲਾਂ ਦੇ ਜੋ ਅਸੀਂ
ਜੋ ਜੇਬਾਂ ਆਪਾਂ ਉਹ ਨਾ ਭਰੀਏ, ਆਪਣੀਆਂ ਜੋ ਕਿਰਤ ਕਮਾਈ ਨੂੰ ਆਪਾਂ ਕਿਸੇ ਹੋਰ ਪਰਥਾਏ ਲਾ ਲਈਏ। ਕੋਈ ਫਲ ਫਰੂਟਾਂ ਨੂੰ ਖਾ ਕੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ। ਅਸੀਂ ਕਈ ਵਾਰੀ ਘਬਰਾ ਜਾਂਦੇ ਹਾਂ ਕਿ ਅਗਰ ਅਸੀਂ ਰੋਟੀ ਪਾਣੀ ਛੱਡਤਾ ਤਾਂ ਅਸੀਂ ਸਿਰਫ ਫਲ ਫਰੂਟ ਹੀ ਸਬਜ਼ੀਆਂ ਖਾਣੀਆਂ, ਪਤਾ ਨਹੀਂ ਕਿੰਨਾ ਖਰਚਾ ਆ ਜਾਵੇਗਾ। ਖਰਚਾ ਉਹ ਸਾਨੂੰ ਸੋਚਣਾ ਚਾਹੀਦਾ ਕਿ ਡਾਕਟਰਾਂ ਦੇ ਟੈਸਟ, ਡਾਕਟਰਾਂ ਦੀਆਂ ਫੀਸਾਂ, ਦਵਾਈਆਂ ਦੇ ਖਰਚੇ ਸਾਡੇ ਕਿੰਨੇ ਬਚ ਜਾਂਦੇ ਨੇ ਕਿ ਉਹ ਫਲ ਫਰੂਟ ਤਾਂ ਸਾਨੂੰ ਬਹੁਤ ਫਿਰ ਸਸਤਾ ਹੀ ਲੱਗਦਾ ਹੈ। ਸੋ ਇਸ ਕਰਕੇ ਸਾਨੂੰ ਸਤਿਗੁਰੂ ਨੇ, ਅਕਾਲ ਪੁਰਖ ਨੇ ਬਹੁਤ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ। ਸੋ ਅਸੀਂ ਉਹਨਾਂ ਦਾ ਆਨੰਦ ਲਈਏ, ਉਹਨਾਂ ਨੂੰ ਕੱਚਿਆਂ ਖਾਈਏ ਜਾਂ ਉਹਨਾਂ ਦਾ ਜੂਸ ਕੱਢ ਕੇ ਪੀਏ। ਸੋ ਇਹ ਸਾਨੂੰ ਬਿਮਾਰੀਆਂ ਦੇ ਹਿਸਾਬ ਨਾਲ ਹੈ। ਜੇ ਸਾਨੂੰ ਜ਼ਿਆਦਾ ਬਿਮਾਰੀਆਂ ਨੇ ਤਾਂ ਉਹਨਾਂ ਦਾ ਅਸੀਂ ਜ਼ਿਆਦਾ ਜੂਸ ਕੱਢ ਕੇ ਪੀਣਾ ਹੈ, ਤਾਂ ਕਿ ਸਾਡੀ ਜੋ ਮਸ਼ੀਨ ਹੈ ਉਹਨੂੰ ਆਪਣੇ ਆਪ ਨੂੰ ਜੋ ਠੀਕ ਕਰਨ ਲਈ ਸਮਾਂ ਮਿਲ ਸਕੇ ਅਤੇ ਉਹ ਸਾਰਾ ਦਿਨ ਜਾਂ ਸਾਰੀ ਰਾਤ ਜਾਂ 24 ਘੰਟੇ ਸਿਰਫ ਉਹ ਭੋਜਨ ਨੂੰ ਪਚਾਉਣ ਦੇ ਵਿੱਚ ਹੀ, ਹਜਮ ਕਰਨ ਦੇ ਵਿੱਚ ਨਾ ਲੱਗੀ ਰਹੇ, ਤਾਂ ਉਹ ਆਪਣੇ ਆਪ ਨੂੰ ਦੇਖ ਸਕੇ। ਸੋ ਇਹੀ ਕਾਰਨ ਹੈ ਕਿ ਅਸੀਂ ਅੱਧੇ ਘੰਟੇ ਬਾਅਦ, 1 ਘੰਟੇ ਬਾਅਦ, 10 ਮਿੰਟ ਬਾਅਦ ਕਦੇ ਜੋ ਸਾਨੂੰ ਮਿਲ ਗਿਆ ਅਸੀਂ ਖਾਂਦੇ ਰਹੇ ਹਾਂ। ਹੁਣ ਸਾਡੇ ਪ੍ਰੋਗਰਾਮਾਂ 'ਚ ਕੀ ਪਦਾਰਥ ਬਣਦੇ ਨੇ ਜਾਂ ਵਿਆਹ ਸ਼ਾਦੀਆਂ 'ਚ ਕਿਤੇ ਵੀ, ਉਹ ਸਾਨੂੰ ਕੁਛ ਨਹੀਂ ਪਤਾ ਕਿ ਅਸੀਂ ਕੀ ਖਾਣਾ ਕੀ ਨਹੀਂ ਖਾਣਾ। ਉਹ ਅਸੀਂ ਬੇਹਿਸਾਬਾ ਬੇਲੋੜਾ ਅਸੀਂ ਉਹ ਢਿੱਡ ਭਰ ਕੇ ਅਸੀਂ ਖਾ ਲੈਂਦੇ ਹਾਂ। ਉਹਦੇ ਵਿੱਚ ਕਿਹੜੀਆਂ ਚੀਜ਼ਾਂ, ਕਿਹੜੀ ਤੋਂ ਕਿਹੜੀ ਪਹਿਲਾਂ ਖਾਣੀ ਹੈ, ਕਿਹੜੀ ਬਾਅਦ ਵਿੱਚ ਖਾਣੀ ਹੈ, ਸਾਨੂੰ ਕੋਈ ਸੰਕੋਚ ਨਹੀਂ। ਬਸ ਅਸੀਂ ਅੰਦਰ ਸਿੱਟਦੇ ਜਾ ਰਹੇ ਹਾਂ ਅਤੇ ਉਹ ਭੋਜਨ ਵੀ ਇੱਦਾਂ ਦੇ ਬਣ ਗਏ ਨੇ। ਸਭ ਤੋਂ ਵੱਡੀ ਚੀਜ਼ ਜੋ ਹੈ ਮੈਦਾ, ਜੋ ਸਾਡੇ ਇਸ ਜੀਵਨ ਦੇ ਵਿੱਚ ਆ ਗਿਆ, ਇਹ ਬਹੁਤ ਤਰ੍ਹਾਂ ਦੀਆਂ ਖਰਾਬੀਆਂ ਕਰਦਾ। ਬੱਚਿਆਂ 'ਤੇ ਜਾਂ ਹੋਰ ਸਿਆਣਿਆਂ 'ਤੇ ਮੋਟਾਪਾ ਲਿਆ ਰਿਹਾ ਹੈ। ਇਸ ਨੂੰ ਅਸੀਂ ਬ੍ਰੈਡ ਦੇ ਰੂਪ 'ਚ ਖਾ ਲਈਏ ਜਾਂ ਬਰਗਰ ਖਾ ਲਈਏ ਜਾਂ ਜੋ ਵੀ ਇਹ ਬੰਨ ਦੇ ਰੂਪ 'ਚ ਅਸੀਂ ਖਾਂਦੇ ਹਾਂ, ਡਬਲ ਰੋਟੀਆਂ ਖਾਂਦੇ ਹਾਂ, ਪੀਜ਼ੇ ਖਾਂਦੇ ਹਾਂ, ਜਾਂ ਇਹ ਆ ਗਈਆਂ ਨੂਡਲਸ ਵਗੈਰਾ ਆ ਗਏ, ਤਾਂ ਪਾਸਤੇ, ਕਿੰਨੀਆਂ ਖਤਰਨਾਕ ਚੀਜ਼ਾਂ ਆ ਗਈਆਂ। ਇਹ ਜੋ ਹੈ ਦੂਸਰਾ ਜੋ ਨੋਰਮਲ ਖਾਣਾ ਹੈ, ਰੋਟੀ ਹੈ, ਉਹ ਦੱਸਦੇ ਆ ਕਿ 48 ਘੰਟੇ ਤੋਂ ਬਾਅਦ ਸਰੀਰ ਵਿੱਚੋਂ ਨਿਕਲਦੀ ਹੈ, 48 ਘੰਟੇ ਵਿੱਚ ਹਜਮ ਹੋ ਕੇ, ਜਦ ਕਿ ਇਹ ਜੋ ਮੈਦੇ ਵਾਲੀਆਂ ਚੀਜ਼ਾਂ ਹੈ ਇਹ 65 ਸ਼ਾਇਦ ਆਵਰ ਲੈਂਦੀਆਂ ਨੇ। ਸੋ ਇਹ ਦੇਖੋ ਵੀ ਕਿੰਨਾ ਸਮਾਂ ਉਹ ਸਾਡੇ ਅੰਦਰ ਸਰੀਰ ਦੇ ਚੀਜ਼ਾਂ ਪਈਆਂ ਰਹਿੰਦੀਆਂ ਨੇ। ਉਹਦੇ ਵਿੱਚੋਂ ਵੀ ਜਿੰਨਾ ਕੁ ਮਲ ਸਾਡਾ ਨਿਕਲ ਗਿਆ, ਇਹ ਨਹੀਂ ਕਿ ਸਾਰਾ ਖਾਧਾ ਸਾਡਾ ਨਿਕਲ ਗਿਆ, ਕੁਝ ਸਾਡਾ ਅੰਦਰ ਪਿਆ ਰਹਿੰਦਾ ਹੈ। ਉਹ ਅੰਦਰ ਫਿਰ ਉਹ ਸੜਦਾ ਹੈ, ਉਹ ਸੜ ਕੇ ਫਿਰ ਉਹ ਜੋ ਤੇਜ਼ਾਬ ਬਣਾਉਂਦਾ ਹੈ ਜਾਂ ਉਹੀ ਚੀਜ਼ਾਂ ਬਣਾਉਂਦਾ ਹੈ। ਸੋ ਇਸ ਤਰ੍ਹਾਂ ਸਾਨੂੰ ਅਸੀਂ ਗੁਰਬਾਣੀ ਦੀ ਜਾਂ ਗੱਲ ਮੰਨੀਏ ਜਾਂ ਸਾਡੇ ਜੋ ਤਜਰਬੇ ਵਾਲੇ ਬੰਦੇ ਨੇ, ਸਤਿਗੁਰੂ ਨੇ ਉਹਨਾਂ 'ਤੇ ਰਹਿਮਤ ਕੀਤੀ ਹੈ, ਉਹਨਾਂ ਨੇ ਕੋਈ ਜੀਵਨ ਦੇ ਵਿੱਚ ਕੁਛ ਹੰਢਾਇਆ ਹੈ, ਉਸ ਤੋਂ ਕੁਛ ਸਿੱਖਿਆ ਹੈ, ਆਪਾਂ ਉਹਨਾਂ ਦੀ ਗੱਲ ਮੰਨ ਲਈਏ ਕਿ ਅਸੀਂ ਇਸ ਰਸਤੇ 'ਤੇ ਤੁਰੀਏ ਅਤੇ ਤਾਂ ਕਿ ਅਸੀਂ ਆਪਣੇ ਜੀਵਨ ਨੂੰ, ਜੇ ਆਪਣੇ ਸੰਗੀ ਸਾਥੀਆਂ ਦੇ, ਪਰਿਵਾਰ ਦੇ ਜੋ ਜੀਵਨ ਨੂੰ ਅਸੀਂ ਸੁਖਾਲਾ ਬਣਾ ਸਕੀਏ। ਨਹੀਂ ਤਾਂ ਫਿਰ ਇਹੀ ਸਾਡੇ ਪੱਲੇ ਜੋ ਬਿਮਾਰੀਆਂ ਨੇ ਅਤੇ ਫਿਰ ਅਸੀਂ ਕਿਸੇ ਹੋਰ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਕਿਉਂਕਿ ਇਹ ਸਾਰੇ ਕਾਸੇ ਦੇ ਜੋ ਜ਼ਿੰਮੇਵਾਰ ਹਾਂ ਅਸੀਂ ਖੁਦ ਹਾਂ। ਸੋ ਹੁਣ ਬੇਨਤੀ ਹੈ ਦਾਸ ਦੀ ਕਿ ਕਿਰਪਾ ਕਰਕੇ ਇਸ ਚੈਨਲ ਨੂੰ ਸਾਰੇ ਜਣੇ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ। ਕੋਈ ਕਮੈਂਟ ਵੀ ਪਾ ਦਿਆ ਕਰੋ ਤਾਂ ਕਿ ਸਾਨੂੰ ਕੋਈ ਤੁਹਾਡੇ ਵੱਲੋਂ ਹੌਸਲਾ ਅਫਜ਼ਾਈ ਹੋਵੇ। ਅਸੀਂ ਇਸ ਤਰ੍ਹਾਂ ਹੋਰ ਜਾਣਕਾਰੀ ਲੈ ਕੇ ਤੁਹਾਡੇ ਜੋ ਸਾਹਮਣੇ ਹਾਜ਼ਰ ਹੋਈਏ। ਤਾਂ ਦਾਸ ਦਾ ਮਤਲਬ ਇਹੀ ਆਪਣੇ ਜੋ ਤਜਰਬੇ ਜ਼ਿੰਦਗੀ ਦੇ, ਕਿਉਂਕਿ ਕਿਸੇ ਨਾ ਕਿਸੇ ਦੀ ਸਟੋਰੀ, ਜੋ ਕਹਾਣੀ ਹੈ ਸਾਡੇ ਨਾਲ ਜ਼ਰੂਰ ਮੇਲ ਖਾਂਦੀ ਹੋਵੇਗੀ। ਤਾਂ ਇਹੀ ਸਾਡੀ ਕੋਸ਼ਿਸ਼ ਹੈ ਕਿ ਆਪਾਂ ਜੋ ਇਹ ਵੇਸਟ ਜੋ ਅਸੀਂ ਕਰਦੇ ਹਾਂ ਦਵਾਈਆਂ 'ਤੇ, ਉਹਨੂੰ ਆਪਾਂ ਬਚਾ ਸਕੀਏ, ਉਹੀ ਮਾਇਆ ਕਿਸੇ ਹੋਰ ਜਗ੍ਹਾ, ਹੋਰ ਪਰਥਾਏ ਲਾ ਸਕੀਏ। ਸੋ ਕਿਉਂਕਿ ਇਹ ਜੋ NDS ਦਾ ਜੋ ਮੋਟੋ ਉਹਨਾਂ ਦਾ ਹੈ, ਤਪ ਸੇਵਾ ਸਿਮਰਨ ਵੀ ਹੈ। ਤਪ ਇਸੇ ਚੀਜ਼ ਦਾ ਤਪ ਹੈ ਕਿ ਅਸੀਂ ਕਿਸ ਤਰ੍ਹਾਂ ਜੋ ਅਸੀਂ ਚੀਜ਼ਾਂ ਦੀਆਂ ਸਾਨੂੰ ਆਦਤਾਂ ਪਈਆਂ ਨੇ ਉਮਰਾਂ ਤੋਂ, ਕਿਸੇ ਦੀ ਕਿੰਨੀ ਉਮਰ ਹੋ ਗਈ, ਕਿਸੇ ਦੀ ਕਿੰਨੀ ਉਮਰ ਹੋ ਗਈ, ਕਿਸੇ ਦੀ ਕਿੰਨੀ, ਅਸੀਂ ਸਵੇਰ ਤੋਂ ਸ਼ਾਮਾਂ ਤੱਕ, ਰਾਤਾਂ ਤੱਕ, ਜਦੋਂ ਤੱਕ ਸੌਂਦੇ ਨਹੀਂ ਖਾਈ ਜਾਂਦੇ ਹਾਂ ਕਿੱਦਾਂ ਦੇ ਭੋਜਨ, ਉਸ ਨੂੰ ਕਿਸ ਤਰ੍ਹਾਂ ਛੱਡਣਾ ਹੈ, ਉਹ ਵੀ ਇੱਕ ਤਪ ਹੈ, ਸੇਵਾ ਹੈ। ਜੋ ਬਾਕੀ ਲੋਕਾਂ ਨੂੰ ਜੋ
ਸਿੱਧੇ ਰਸਤੇ ਪਾ ਕੇ ਦੱਸਣਾ ਹੈ ਕਿ ਇਹ ਕਿਸ ਤਰ੍ਹਾਂ ਕਰਨਾ ਹੈ। ਉਹ ਸੇਵਾ ਅੱਗੇ ਸਿਮਰਨ ਹੈ। ਜਦੋਂ ਤੁਸੀਂ ਅਨੀਮਾ ਕਰਕੇ ਅਗਰ ਨਿਤਨੇਮ ਲਈ ਸਵੇਰੇ ਅੰਮ੍ਰਿਤ ਵੇਲੇ ਬੈਠਦੇ ਹੋ ਤਾਂ ਸਰੀਰ ਦੀ ਇੰਨੀ ਸ਼ੁੱਧੀ ਹੁੰਦੀ ਹੈ ਕਿ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ, ਤੁਹਾਡਾ ਧਿਆਨ ਲੱਗਦਾ ਹੈ। ਨਹੀਂ ਤਾਂ ਅਗਰ ਤੁਸੀਂ ਜੰਗਲ ਪਾਣੀ ਨਹੀਂ ਗਏ, ਉਸੇ ਤਰ੍ਹਾਂ ਹੀ ਨਹਾ ਕੇ ਬੈਠ ਗਏ, ਉਹ ਨਹਾਤਿਆਂ ਦਾ ਵੀ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਹ ਗੈਸ ਤੁਹਾਡੀ ਫਿਰ ਨਿਕਲੀ ਜਾਊਗੀ, ਜਾਂ ਗੈਸ ਤੁਹਾਨੂੰ ਸਿਰ ਨੂੰ ਚੜ੍ਹਦੀ ਹੈ, ਜਾਂ ਤੁਹਾਡੇ ਦਿਲ 'ਤੇ ਆ ਕੇ ਕਿਸੇ ਜਾਂ ਹੋਰ ਸਰੀਰ ਦੇ ਅੰਗ ਵਿੱਚ ਜਾ ਕੇ ਦਰਦ ਕਰਦੀ ਹੈ। ਫਿਰ ਤੁਹਾਡਾ ਧਿਆਨ ਉੱਧਰ ਲੱਗਿਆ ਰਹੇਗਾ, ਨਿਤਨੇਮ ਗੁਰਬਾਣੀ ਵੱਲ ਧਿਆਨ ਨਹੀਂ ਜਾਵੇਗਾ। ਅਗਰ ਤੁਸੀਂ ਅਨੀਮਾ ਕਰਕੇ ਸਾਰੀ ਆਪਣੀ ਸਾਫ ਸਫਾਈ ਕਰਕੇ ਬੈਠਦੇ ਹੋ ਤਾਂ ਤੁਹਾਡਾ ਜੋ ਮਨ ਹੈ, ਤੁਹਾਡਾ ਉਹ ਜੋ ਸਰੀਰ ਜੋ ਹੈ ਉਹ ਟਿਕਾਓ ਦੇ ਵਿੱਚ ਆਵੇਗਾ, ਕਿਉਂਕਿ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਸੋ ਇਸ ਚੀਜ਼ ਨੂੰ ਜ਼ਰੂਰ ਅਪਣਾਉਣ ਦੀ ਕੋਸ਼ਿਸ਼ ਕਰੋ। ਜੰਗਲਾਂ ਦੇ ਵਿੱਚ ਕੋਈ ਹਸਪਤਾਲ ਨਹੀਂ ਬਣੇ। ਅਸੀਂ ਦੇਖਦੇ ਹਾਂ ਕਿ ਜੰਗਲਾਂ ਦੇ ਵਿੱਚ ਜੋ ਸਾਰੇ ਕਾਰ ਵਿਹਾਰ ਕੁਦਰਤ ਦੀ ਜੋ ਵਿਧਾਨ ਹੈ ਉਹਦੇ ਅਨੁਸਾਰ ਹੋ ਰਹੇ ਨੇ। ਬੱਚੇ ਪੈਦਾ ਹੋ ਰਹੇ ਨੇ, ਜਾਂ ਜੋ ਜੰਗਲੀ ਜਾਨਵਰ ਬਿਮਾਰ ਹੁੰਦੇ ਨੇ ਉਹ ਆਪਣਾ ਇਲਾਜ ਖੁਦ ਕਰਦੇ ਨੇ। ਕੋਈ ਉੱਥੇ ਡਾਕਟਰ ਨਹੀਂ ਹੈ, ਇੱਕ ਸਿਰਫ ਇਨਸਾਨ ਹੀ ਹੈ ਕਿ ਇਹਨੂੰ ਇੰਨੀ ਦਵਾਈਆਂ ਦੀ ਜਾਂ ਇਹਨਾਂ ਨੂੰ ਜੋ ਇਹਨਾਂ ਹਸਪਤਾਲਾਂ ਦੀ ਇੰਨੀ ਜ਼ਰੂਰਤ ਹੈ। ਸੋ ਇੱਕ ਹੋਰ ਉਦਾਹਰਨ ਆਪਾਂ ਦੇਖੀਏ ਕਿ ਬਾਜ ਸੁਣਨ ਦੇ ਵਿੱਚ ਆਇਆ ਹੈ ਕਿ ਤਕਰੀਬਨ 70 ਸਾਲ ਦੀ ਜ਼ਿੰਦਗੀ ਬਾਜ ਜਿਉਂਦਾ ਹੈ, ਪਰ 40 ਸਾਲ ਤੋਂ ਬਾਅਦ ਉਹਦੇ ਜੀਵਨ ਵਿੱਚ ਇਹ ਇੱਕ ਪੜਾਅ ਆਉਂਦਾ ਹੈ ਕਿ ਉਸਦੀ ਚੁੰਝ ਜੋ ਹੈ ਉਹ ਲੰਬੀ ਹੋ ਜਾਂਦੀ ਹੈ, ਪੰਜੇ ਜੋ ਨੇ ਉਹ ਲੰਬੇ ਹੋ ਜਾਂਦੇ ਨੇ, ਖੰਭ ਉਹਦੇ ਭਾਰੇ ਹੋ ਜਾਂਦੇ ਨੇ, ਜਿਨ੍ਹਾਂ ਕਰਕੇ ਉਹ ਉਨੀ ਉੱਚੀ ਉਡਾਨ ਨਹੀਂ ਭਰ ਸਕਦਾ। ਪੰਜਿਆਂ ਦੇ ਕਰਕੇ, ਚੁੰਝ ਦੇ ਕਰਕੇ ਉਹ ਪੰਜਿਆਂ ਕਰਕੇ ਸ਼ਿਕਾਰ ਨਹੀਂ ਕਰ ਸਕਦਾ, ਚੁੰਝ ਦੇ ਨਾਲ ਉਹ ਫਿਰ ਨਹੀਂ ਖਾ ਸਕਦਾ। ਉਸ ਸਮੇਂ ਦੇਖੋ ਤੁਸੀਂ ਬਾਜ ਦੀ ਕੀ ਹਾਲਤ ਹੁੰਦੀ ਹੋਵੇਗੀ। ਅਗਰ ਆਪਾਂ ਦੇਖੀਏ ਕਿ ਉਸਦੇ ਸਾਹਮਣੇ ਇਹੀ ਰਸਤੇ ਆ ਕਿ ਉਹ ਆਪਣਾ ਸਰੀਰ ਤਿਆਗ ਦੇਵੇ, ਮੌਤ ਨੂੰ ਪ੍ਰਵਾਨ ਕਰ ਲਵੇ, ਹੰਬ ਹਾਰ ਜਾਵੇ, ਬੈਠ ਜਾਵੇ, ਬਿਮਾਰ ਹੋ ਜਾਵੇ। ਪਰ ਇੱਕ ਰਸਤਾ ਉਹ ਹੈ ਕਿ ਜੋ ਉਹ ਇੱਕ ਤਰ੍ਹਾਂ ਪੁਨਰ ਜਨਮ ਵਾਲਾ ਜੋ ਰਸਤਾ ਉਹ ਚੁਣਦਾ ਹੈ ਆਪਣੇ ਆਪ ਨੂੰ ਠੀਕ ਕਰਨ ਦਾ। ਉਹ ਬੜਾ ਪੀੜਾਹਾਰੀ ਰਸਤਾ ਦੱਸਦੇ ਨੇ, ਬੜਾ ਹੀ ਉਹ ਦੁਖਦਾਈ ਅਤੇ ਜੋ ਕਸ਼ਟਾਂ ਦੇ ਨਾਲ ਭਰਿਆ ਸਮਾਂ ਹੁੰਦਾ ਹੈ ਕਿ ਉਹ ਕਹਿੰਦੇ ਕਾਫੀ ਉੱਚੇ ਪਹਾੜਾਂ 'ਤੇ ਜਾਂਦਾ ਹੈ, ਉੱਥੇ ਜਾ ਕੇ ਬੈਠਦਾ ਹੈ, ਪਹਾੜ 'ਤੇ ਬੈਠ ਕੇ ਆਪਣੀ ਚੁੰਝ ਪੱਥਰਾਂ 'ਤੇ ਮਾਰ ਕੇ ਉਹ ਤੋੜ ਦਿੰਦਾ ਹੈ, ਫਿਰ ਉਸ ਚੁੰਝ ਨੂੰ ਆਉਣ ਦੀ ਉਡੀਕ ਕਰਦਾ ਹੈ। ਦੇਖੋ ਉਹ ਕਿੰਨਾ ਪੀੜ ਭਰਿਆ, ਦੁੱਖ ਭਰਿਆ ਉਹ ਸਮਾਂ ਹੋਵੇਗਾ ਜਦੋਂ ਆਪਣੇ ਆਪ ਜੋ ਚੁੰਝ ਤੋੜਨੀ ਉਹਨੇ, ਫਿਰ ਚੁੰਝ ਦੁਬਾਰਾ ਆਉਂਦੀ ਹੈ। ਫਿਰ ਇਸ ਤਰ੍ਹਾਂ ਉਹ ਆਪਣੇ ਪੰਜਿਆਂ ਦਾ ਨਾਲ ਇਸ ਤਰ੍ਹਾਂ ਕਰਦਾ ਹੈ ਕਿ ਆਪਣੇ ਪੰਜੇ ਤੋੜਦਾ ਹੈ, ਫਿਰ ਪੰਜੇ ਦੁਬਾਰਾ ਉੱਗਦੇ ਨੇ। ਫਿਰ ਉਸ ਤੋਂ ਬਾਅਦ ਉਹ ਆਪਣੇ ਜੋ ਖੰਭਾਂ ਨੂੰ ਹੈ ਇੱਕ ਇੱਕ ਕਰਕੇ ਖੰਭ ਤੋੜਦਾ ਹੈ, ਫਿਰ ਉਹਦੇ ਖੰਭ ਆਉਂਦੇ ਨੇ। ਇਸ ਚੀਜ਼ ਨੂੰ ਤਕਰੀਬਨ ਦੱਸਦੇ ਨੇ ਕਿ 150 ਦਿਨ ਲੱਗ ਜਾਂਦੇ ਨੇ। 150 ਦਿਨ ਬਾਜ ਭੁੱਖਾ ਰਹਿੰਦਾ ਹੈ। ਭੁੱਖਾ ਰਹਿ ਕੇ ਉਹ ਇਸ ਤਰ੍ਹਾਂ ਆਪਣਾ ਇਲਾਜ ਕਰਦਾ ਹੈ। ਉਸ ਨਵੀਂ ਚੁੰਝ ਮਿਲਦੀ ਹੈ, ਨਵੀਆਂ ਉਸ ਨੂੰ ਨਵੇਂ ਪੰਜੇ ਮਿਲਦੇ ਨੇ ਅਤੇ ਨਵੇਂ ਖੰਭ ਮਿਲਦੇ ਨੇ, ਨਵੀਂ ਫਿਰ ਉਡਾਰੀ ਭਰਦਾ ਹੈ। ਉਸ ਤੋਂ ਬਾਅਦ ਉਹ 30 ਸਾਲ ਹੋਰ ਜਿਉਂਦਾ ਹੈ। ਸੋ ਇਹ ਦੇਖੋ ਕਿ ਅਗਰ ਅਸੀਂ ਵੀ ਇਹਨਾਂ ਜਾਨਵਰਾਂ ਤੋਂ ਜਾਂ ਅਸੀਂ ਬਾਜ ਤੋਂ ਸਿੱਖ ਲਈਏ ਕਿ ਅਸੀਂ ਇਹ ਜੋ ਜੀਵਨ ਹੈ, ਅਗਰ ਸਾਡਾ ਖਾਣਾ ਪਾਣੀ ਛੱਡ ਕੇ ਅਸੀਂ ਠੀਕ ਹੁੰਦੇ ਹਾਂ ਤਾਂ ਸਾਨੂੰ ਫਿਰ ਇਹ ਰਸਤਾ ਅਪਣਾਉਣਾ ਚਾਹੀਦਾ ਹੈ। ਇਸ ਚੀਜ਼ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਨਾ ਕਿ ਅਸੀਂ ਦਵਾਈਆਂ ਪਿੱਛੇ ਭੱਜ ਕੇ ਜਾਂ ਅਸੀਂ ਹੰਬ ਹਾਰ ਕੇ ਹੌਸਲੇ ਛੱਡ ਦਈਏ ਕਿ ਬਸ ਮੈਂ ਤਾਂ ਗਿਆ, ਮੈਂ ਤਾਂ ਚੱਲਿਆ ਬਸ। ਤੋ ਇਹਨਾਂ ਹੀ ਬੇਨਤੀਆਂ ਦੇ ਨਾਲ ਦਾਸ ਸਮੂਹ ਸਾਡੀ ਜੋ ਪੰਜਾਬੀ ਦੀ ਸੰਗਤ ਹੈ, ਸਾਡਾ ਸਮਾਜ ਹੈ, ਅਪੀਲ ਕਰਦਾ ਹਾਂ ਕਿ ਇਸ NDS ਪੰਜਾਬੀ ਚੈਨਲ ਨੂੰ ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਲਾਈਕ ਕਰੋ। ਕਿਰਪਾ ਕਰਕੇ ਕੋਈ ਕਮੈਂਟ ਵੀ ਪਾ ਦਿਆ ਕਰੋ ਤਾਂ ਕਿ ਸਾਡਾ ਜੋ ਹੌਸਲਾ ਹੈ ਹੋਰ ਵਧੇ, ਅਸੀਂ ਹੋਰ ਵੀ ਨਵੇਂ ਤੋਂ ਨਵਾਂ ਕੋਈ ਜੋ ਹੈ ਸੁਝਾਅ ਲੈ ਕੇ ਤੁਹਾਡੀ ਜੋ ਹਾਜ਼ਰੀ ਦੇ ਵਿੱਚ ਹਾਜ਼ਰ ਹੋਈਏ। ਤਾਂ ਬੇਨਤੀ ਪ੍ਰਵਾਨ ਕਰਿਓ ਜੀ।
ਤੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਹੋਰ ਵੀਡੀਓਜ਼ ਦੇਖਣ ਲਈ ਵੀ ਤੁਸੀਂ ਉੱਥੇ ਕਲਿੱਕ ਕਰੋ ਤੇ ਸਾਡੇ ਤੁਸੀਂ ਪਹਿਲੇ ਵੀਡੀਓ ਦੇਖ ਸਕੋਗੇ। ਸੋ ਇਹਨਾਂ ਹੀ ਬੇਨਤੀਆਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ, ਨਮਸਤੇ।